ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੀ ਵਿਚਾਰ ਲੜੀ ਚੱਲ ਰਹੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉੱਪਰ, ਸਾਡੀ ਸਾਰੀ ਖੋਜ ਇਸ ਉੱਤੇ ਹੈ ਕਿ ਇਹ ਗ੍ਰੰਥ ਜਿਹੜਾ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਇਹ ਗੁਰਮਤਿ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਭਾਵ ਇਹ ਸਿੱਖ ਧਰਮ ਦੇ ਕਿਸੇ ਕੰਮ ਦਾ ਗ੍ਰੰਥ ਨਹੀਂ ਹੈ। ਇਸ ਦੇ ਉੱਤੇ ਹੀ ਅਸੀਂ ਵੀਡੀਓ ਬਣਾ ਰਹੇ ਹਾਂ। ਸੂਰਜ ਪ੍ਰਕਾਸ਼ ਗ੍ਰੰਥ ਨੂੰ ਆਧਾਰ ਬਣਾਇਆ ਹੈ ਅਤੇ ਗੁਰਬਾਣੀ ਦੇ ਆਧਾਰ 'ਤੇ ਅਸੀਂ ਦੇਖਦੇ ਹਾਂ ਕਿ ਕਿਉਂ ਇਹ ਗ੍ਰੰਥ ਜੋ ਸਿੱਖੀ ਅਸੂਲਾਂ ਦੀ ਉਲੰਘਣਾ ਕਰਨ ਵਾਲਾ ਹੈ। ਅਸਲ ਵਿੱਚ ਜੜ ਵੱਲ ਜਾਣਾ ਹੋਵੇ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਇਤਿਹਾਸ ਸਾਨੂੰ ਕਿਉਂ ਲੋੜੀਂਦਾ ਹੈ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਿਹੜੇ ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਗੁਰੂਆਂ ਦੀਆਂ ਜੋ ਕਹਾਣੀਆਂ, ਸਾਖੀਆਂ, ਇਤਿਹਾਸ ਅਸੀਂ ਇਸ ਲਈ ਪੜ੍ਹਦੇ ਹਾਂ, ਇਸ ਲਈ ਜ਼ਰੂਰੀ ਹੈ ਕਿ ਸਾਨੂੰ ਚੰਗੇ ਪੁੱਤਰ ਬਣਨ ਲਈ ਇਹ ਸਹਾਈ ਹੁੰਦਾ ਹੈ, ਸਾਨੂੰ ਚੰਗੇ ਸਿੱਖ ਬਣਨ ਲਈ ਸਹਾਈ ਹੁੰਦਾ ਹੈ, ਸਾਨੂੰ ਚੰਗੇ ਸਮਾਜਿਕ ਨਾਗਰਿਕ ਬਣਨ ਲਈ ਇਹ ਸਹਾਈ ਹੁੰਦਾ ਹੈ। ਸੋਹਣੇ ਸਮਾਜ ਦੀ ਸਿਰਜਣਾ ਲਈ ਇਸ ਮਹਾਂਪੁਰਸ਼ਾਂ ਦੀਆਂ ਜੋ ਕਹਾਣੀਆਂ, ਜੀਵਨ ਸਾਖੀਆਂ, ਉਹ ਇਸ ਲਈ ਅਸੀਂ ਪੜ੍ਹਦੇ ਸੁਣਦੇ ਹਾਂ, ਇਤਿਹਾਸ ਇਸ ਲਈ ਅਸੀਂ ਵਿਚਾਰਦੇ ਹਾਂ। ਸੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਅੱਜ ਜਿਹੜਾ ਪ੍ਰਸੰਗ ਅਸੀਂ ਲਿਆ ਹੈ, ਉਹ ਹੈ ਉਸ ਸਮੇਂ ਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਵਿਖੇ ਮੋਦੀ ਖਾਨੇ ਵਿੱਚ ਦੌਲਤ ਖਾਂ ਦੇ ਕੋਲ ਨੌਕਰੀ ਕਰ ਰਹੇ ਸਨ। ਵਿਆਹ ਹੋ ਗਿਆ ਸੀ ਅਤੇ ਇਹਨਾਂ ਦੀ ਭੈਣ ਜੀ ਬੇਬੇ ਨਾਨਕੀ ਅਤੇ ਭਈਆ ਜੈ ਰਾਮ ਨੇ ਕੁਝ ਦਿਨ ਇਹਨਾਂ ਨੂੰ ਆਪਣੇ ਕੋਲ ਰੱਖਿਆ। ਫਿਰ ਇਹ ਜਾਣ ਕੇ ਕਿ ਨੌਜਵਾਨ ਨੇ, ਨਵੇਂ ਵਿਆਹੇ ਨੇ, ਇਹ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਬਤੀਤ ਕਰਨ, ਇਹਨਾਂ ਨੂੰ ਇੱਕ ਅਲੱਗ ਘਰ ਲੈ ਕੇ ਦੇ ਦਿੱਤਾ। ਜੋ ਵੀ ਸਮਾਨ ਚਾਹੀਦਾ ਸੀ ਉਹ ਸਾਰਾ ਘਰ 'ਚ ਸਮਾਨ ਰਖਵਾ ਦਿੱਤਾ ਤਾਂ ਕਿ ਆਨੰਦਮਈ ਜੀਵਨ ਬਤੀਤ ਕਰ ਸਕਣ। ਪਰ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਜੋ ਹੈ ਉਹ ਜਿੱਥੇ ਨੌਕਰੀ ਕਰਦੇ ਸਨ, ਹੱਟੀ ਕਰਦੇ ਸਨ, ਉੱਥੇ ਹੀ ਰਾਤ ਨੂੰ ਸੌਣ ਲੱਗ ਗਏ। ਭਾਵ ਮਾਤਾ ਸੁਲੱਖਣੀ, ਜਿਨ੍ਹਾਂ ਨੂੰ ਮਾਤਾ ਚੌਣੀ ਵੀ ਕਹਿੰਦੇ ਨੇ ਕਿਉਂਕਿ ਚੌਣੀ ਗੋਤ ਸੀ ਉਹਨਾਂ ਦਾ, ਬਟਾਲੇ ਵਾਲਿਆਂ ਦਾ, ਇਹਨਾਂ ਦੇ ਸਹੁਰਿਆਂ ਦਾ। ਸੋ ਮਾਤਾ ਸੁਲੱਖਣੀ 18-20 ਸਾਲ ਦੀ ਮੁਟਿਆਰ ਲੜਕੀ ਇਕੱਲੀ ਘਰ ਵਿੱਚ, ਅਤੇ ਗੁਰੂ ਨਾਨਕ ਪਾਤਸ਼ਾਹ ਆਪ ਦੁਕਾਨ 'ਤੇ ਦਿਨੇ ਕੰਮ ਕਰਦੇ, ਰਾਤ ਨੂੰ ਉੱਥੇ ਹੀ ਸੌਂ ਰਹਿੰਦੇ। ਜੋ ਇਤਿਹਾਸ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ। ਜੋ ਧਨ ਕਮਾਈ ਕਰਦੇ ਉਹ ਗਰੀਬਾਂ ਵਿੱਚ, ਲੋੜਵੰਦਾਂ ਵਿੱਚ ਵੰਡ ਦਿੰਦੇ। ਭਾਵ ਸਿੱਧੀ ਜਿਹੀ ਗੱਲ ਹੈ ਕਿ ਘਰ ਨਾ ਤਾਂ ਆਪ ਆਉਂਦੇ, ਨਾ ਕੋਈ ਪੈਸਾ ਧੇਲਾ ਘਰ ਵਿੱਚ ਦਿੰਦੇ। ਕਦੀ ਕਦਾਈ ਅਗਰ ਗਲਤੀ ਨਾਲ ਘਰ ਆ ਜਾਂਦੇ ਤਾਂ ਫਿਰ ਵੀ ਮਾਤਾ ਸੁਲੱਖਣੀ ਨਾਲ ਕੋਈ ਗੱਲਬਾਤ ਨਹੀਂ ਕਰਦੇ, ਚੁੱਪਚਾਪ ਆਉਂਦੇ, ਰਹਿੰਦੇ, ਚਲੇ ਜਾਂਦੇ। ਭਾਵ ਮਾਤਾ ਸੁਲੱਖਣੀ ਨਾਲ ਕੋਈ ਦੁੱਖ ਸੁੱਖ, ਕੋਈ ਪਿਆਰ, ਕੋਈ ਸਾਂਝ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਰੱਖੀ। ਮਹੀਨਾ 2-2 ਮਹੀਨੇ ਤੇ ਘਰ ਹੀ ਨਹੀਂ ਆਉਣਾ। ਹਾਲਾਂਕਿ ਦੁਕਾਨ ਵਾਲੀ ਦੂਰ ਨਹੀਂ ਸੀ, ਬਹੁਤ ਛੋਟਾ ਜਿਹਾ ਸ਼ਹਿਰ ਸੀ ਸੁਲਤਾਨਪੁਰ। ਅੱਜ ਵੀ ਛੋਟਾ ਹੀ ਹੈ, ਜ਼ਿਆਦਾ ਵੱਡਾ ਨਹੀਂ ਹੈ, ਪਰ ਉਸ ਜ਼ਮਾਨੇ 'ਚ ਤਾਂ ਵਾਹਲਾ ਛੋਟਾ ਸੀ। ਪਰ ਪਤਾ ਨਹੀਂ ਕੀ ਕਾਰਨ, ਕਿਉਂਕਿ ਜਿਹੜੇ ਫੌਜ ਵਿੱਚ ਨੌਕਰੀ ਕਰਦੇ ਹਨ ਉਹ ਪਰਿਵਾਰ ਨਾਲ ਰੱਖਦੇ ਹਨ, ਪਰ ਜੇ ਕਿਸੇ ਕਾਰਨ ਲੜਾਈ ਲੱਗ ਜਾਵੇ ਅਤੇ ਫੌਜੀ ਨੂੰ ਬਾਰਡਰ 'ਤੇ ਜਾਣਾ ਪਵੇ ਅਤੇ ਜਨਾਨੀ ਇਕੱਲੀ ਘਰ ਹੋਵੇ ਤਾਂ ਉਸ ਵੇਲੇ ਉਸ ਨੂੰ
क्योंकि जदों बच्चे हाले नहीं होए, स्कूल बच्चे नहीं जाते, तो उसनूं अपने पेके घर जां सहुरे घर छड्ड दिता जांदा। कदी कोई भी कल्ली जनानी नूं पिछे घर छड्ड के नहीं जांदा, किन्नी भी एमरजेंसी होवे। क्योंकि नौजवान लड़की अगर बच्चे ने कोल तां होर गल है, कल्ली लड़की दा, कल्ली औरत दा रहना बहुत मुश्किल हुंदा। इस करके उहनूं पेकी जां सहुरी छड्ड दिता जांदा जदों तक फौजी बॉर्डर तो वापस नहीं आ जाता। खैर इत्थे तां कोई लड़ाई वाली गल नहीं सी, कोई फौज वाली गल नहीं सी। गुरु साहब नौकरी करते सन, हट्टी करते सन, हट्टी ते सौदा दिंदे टाइम ही जो दिता जांदा है, ते रात नूं विहले सन पर घर नहीं आउंदे सन। मेरे गुरु नानक पातशाह अजिहे नहीं सन, पर क्योंकि कवि संतोख सिंह दा 1 पॉइंट प्रोग्राम है कि उन्हां सारियां शख्सियतां नूं ਜਿਹੜੀਆਂ सिख धर्म विच महान होईयां हन, उन्हां दे करैक्टर ते उन्हां दी जीवन जाच उत्ते इसने प्रैशन चिन्ह लगाउणा। इहदा मुख मकसद यही है, जिन्हां नूं गुरु घर विचों दुरकार दिता गया, त्याग दिता गया, उन्हां दी वडियाई ये जरूर करदा। इहदा सोच ही इस ते आधारित है कि गुरु नानक पातशाह दी इसने तौहीन करनी है, माता सुलखणी की तौहीन करनी है, बेबे नानकी की तौहीन करनी है, भैया जय राम की तौहीन करनी है, मूल चंद सौरा साहब की, गुरु नानक साहब के सौरा साहब की तौहीन करनी है, चंदो राणी जो गुरु नानक पातशाह की सੱਸ सी उसकी भी तौहीन करनी है। पूरी इस साखी दे विच सारियां दी तौहीन की गई है। इत्थों तक इत्थे विच बाले ते मरदाने का जिक्र नहीं, पर जे किते बाले ते मरदाने का ना आवे तो मरदाने की तौहीन करनी आ। बाला जो काल्पनिक पात्र है, इतिहास विच एक खोजां हो चुकियां, बाले नां दा कोई शख्स नहीं होया, पर बाले की वडियाई होएगी पर मरदाने की नहीं होएगी, जिहड़ा कि असली साथी गुरु नानक पातशाह सी। मतलब इसने ठाणी हुई है कि जिहड़े महान पुरुष ने उन्हां दे जीवन नाल धब्बे लाउणे इहदा काम है। तो इत्थे आपां पते की गल करिए, भाव गुरु नानक पातशाह घर नहीं आउंदे सन, जे आउंदे भी सन तां अपनी जो घर वाली नूं माता सुलखणी नूं बुलाउंदे नहीं सन, उन्हां नाल कोई दुख सुख साझा नहीं करते सन, गल नहीं करते सन। काफ़ी समा इदां बीत गया। एक दिन इन्हां दे सौरा साहब मूल चंद जी आए, अपनी लड़की दे घर उन्होंने मिले। मिलन तो बाद जो लड़की है रोन लग गई। उसने अपना सारा दुख अपने पिता जी नूं दस्सिया कि तुसी मैनू किहदे लड़ ला दिता, मेरे नाल धरोह कमाया, मेरे की पाप कीता सी, मेरी जीवन बहुत दुख भरिया मेरा जीवन है, घर आउंदे नहीं, बुलाउंदे नहीं, धन बाहर लुटा दिंदे। सारी गल अपने पिता जी नूं दस्सी। माँ प्यो नूं धी वालों कोई ऐसा सुनेहा, ऐसी गल पता लगे, मन बहुत दुखी होंदा है, क्योंकि पाल पोस के धी नूं मापे तोड़ दिंदे ने। एक सहारे एक जिस जिहड़ा लड़का लभ्या हुंदा है उहदे विश्वास ते कि ये हुण इहदा पूरा ख्याल रखेगा, पर जदों अजिहा ख्याल नहीं रखिया जांदा ते माता पिता दे दिल नूं पुछिया जाणो किन्ना दुख हुंदा। खैर वो दुखी मन के नाल भैया जय राम दे कोल गए। कुदरती गुरु नानक पातशाह भी उत्थे बैठे सन। उन्होंने सारियां वो गल्लां भैया जय राम नूं दसियां। गुरु नानक पातशाह भी सुन रहे ने, बहुत गुस्से विच मूल चंद ने दसियां, पर भैया जय राम ने सारी गल नूं पोचा पाची की, समझाया कोई गल नहीं, सब ठीक हो जाएगा, कुछ ऐसी गल नहीं है जिद्दां आम तौर पर घरां विच हुंदी है। खैर मूल चंद जी वापस चले गए अपने पिंड बटाले। जाके अपनी घर वाली नूं चंदो राणी नूं दस्सिया भी धी साडी बड़ी औखी है, जवाई साडा घर नहीं आउंदा, ना घर कोई कमाई लैके आउंदा, जो है उत्थे बाहर ही उड़ा दिंदा, ते वो बहुत परेशान है। कुछ दिन ठहर के चंदो राणी भी अपनी धी नूं मिलण सुल्तानपुर लोधी आई। जदों उत्थे आई उसनूं भी उही गल्लां सारियां दसियां गईयां जो अपने पिता नूं दसियां सन। चंदो राणी बहुत औखी हुई, बहुत दुखी हुई और
ਉਹ ਜਾ ਕੇ ਫਿਰ ਉਸਨੇ ਬੇਬੇ ਨਾਨਕੀ ਨੂੰ ਕਿਹਾ ਵੀ ਸਾਡੇ ਨਾਲ ਕਿਉਂ ਪਾਪ ਕਮਾਇਆ, ਜੇ ਤੁਸੀਂ ਵਿੱਚ ਵਿਚੋਲੇ ਸੀ, ਭਈਆ ਜੈ ਰਾਮ ਨੇ ਸਾਰਾ ਕੁਝ ਵਿੱਚ ਹੋ ਕੇ ਕੀਤਾ, ਜੇ ਤੁਹਾਨੂੰ ਪਤਾ ਸੀ ਵੀ ਇਹਦਾ ਸੁਭਾਅ ਇਹੋ ਜਿਹਾ, ਤੇ ਭਈ ਕੀ ਲੋੜ ਸੀ ਵਿਆਹ ਕਰਨ ਦੀ, ਕੀ ਲੋੜ ਸੀ ਇਹ ਸਭ ਕੁਝ ਕਰਨ ਦੀ। ਜਿੱਦਾਂ ਆਮ ਤੌਰ 'ਤੇ ਤਲਖੀ ਵਿੱਚ ਸਾਰੀਆਂ ਗੱਲਾਂ ਹੋਈਆਂ, ਉਹਦੇ ਵਿੱਚ ਵੀ ਬੇਬੇ ਨਾਨਕੀ ਨੇ ਆਪਣੇ ਭਾਈ ਦਾ ਪੱਖ ਪੂਰੀ ਗੱਲ ਇਹ ਕਹੀ ਵੀ ਉਹਦੇ ਵਿੱਚ ਕੀ ਕਮੀ ਹੈ, ਉਹ ਰੱਬ ਦਾ ਭਗਤ ਹੈ, ਕੀ ਬੁਰਾ ਕੰਮ ਕਰਦਾ ਹੈ, ਬਹੁਤ ਕੁਛ ਇੱਥੋਂ ਤੱਕ ਉਸਨੇ ਕਿਹਾ ਬੇਬੇ ਨਾਨਕੀ ਨੇ ਉਹ ਸ਼ਰਾਬੀ ਹੈ, ਕਿ ਉਹ ਕੀ ਜੂਆ ਖੇਡਦਾ, ਕਿਹਾ ਉਹ ਕੋਈ ਪਰਾਈਆਂ ਇਸਤਰੀਆਂ ਕੋਲ ਜਾਂਦਾ, ਕਿਹਾ ਕੋਈ ਇਲਜ਼ਾਮ ਦੱਸੋ ਜੋ ਲੱਗਦਾ ਹੋਵੇ ਤਾਂ ਅਸਲ ਵਿੱਚ ਗੱਲ ਕੁਝ ਹੋਰ ਹੈ। ਗੱਲ ਇਹ ਤਾਂ ਇਲਜ਼ਾਮ ਕਿਸੇ ਨੇ ਲਾਇਆ ਹੀ ਨਹੀਂ ਕਿ ਪਰਾਈਆਂ ਇਸਤਰੀਆਂ ਕੋਲ ਜਾਂਦਾ, ਜਾਂ ਉਹ ਜੂਆ ਖੇਡਦਾ, ਜਾਂ ਚੋਰੀ ਕਰਦਾ, ਜਾਂ ਕੋਈ ਭੈੜਾ ਕੰਮ ਕਰਦਾ। ਇਲਜ਼ਾਮ ਤਾਂ ਇਹ ਸੀ ਭਾਈ ਉਹ ਘਰ ਵਾਲੀ ਨਾਲ ਗੱਲ ਨਹੀਂ ਕਰਦਾ, ਉਹਦੇ ਨਾਲ ਕੋਈ ਸਾਂਝ ਨਹੀਂ ਪਾਉਂਦਾ। ਖੈਰ ਚੰਦੋ ਰਾਣੀ ਫਿਰ ਵਾਪਸ ਆ ਗਈ, ਆਪਣੀ ਬੇਟੀ ਨੂੰ ਕਹਿਣ ਲੱਗੀ ਵੀ ਤੇਰੀ ਨਨਾਣ ਕਹਿੰਦੀ ਹੈ ਵੀ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਏਗੀ, ਸਾਰਾ ਲੀੜਾ ਲੱਤਾ ਜੋ ਹੈ ਖਾਣ ਪੀਣ ਦਾ ਸਮਾਨ ਸਾਰਾ ਕੁਝ ਅਸੀਂ ਦਿੰਦੇ ਹਾਂ, ਔਰ ਅੱਗੋਂ ਕੁਝ ਪ੍ਰੋਬਲਮ ਹੋਏਗੀ, ਕੁਛ ਵੀ ਮੁਸ਼ਕਲ ਹੈ ਸਾਨੂੰ ਦੱਸੇ ਅਸੀਂ ਦੇਵਾਂਗੇ। ਫਿਰ ਮਾਤਾ ਸੁਲੱਖਣੀ ਨੇ ਕਿਹਾ ਕਿ ਬੀਬੀ ਜੀ ਆਪਣੀ ਮਾਤਾ ਨੂੰ ਕਿਹਾ ਵੀ ਗੱਲ ਇਹ ਹੈ ਵੀ ਰੋਟੀ ਖੁਣੋਂ ਦਾ ਬੰਦਾ ਇੱਕ ਡੰਗ ਭੁੱਖਾ ਵੀ ਰਹਿ ਸਕਦਾ, ਕੋਈ ਚੀਜ਼ਾਂ ਦੀ ਕਮੀ ਹੋਵੇ ਉਹ ਚੱਲੇਗੀ, ਪਰ ਉਹ ਤਾਂ ਮੇਰੇ ਨਾਲ ਬੋਲਦੇ ਹੀ ਨਹੀਂ, ਉਹਦੀ ਕੋਈ ਮੇਰੇ ਨਾਲ ਸਾਂਝ ਹੀ ਨਹੀਂ, ਉਹ ਕਦੀ ਖੁਸ਼ ਹੋ ਕੇ ਮਿਲਦੇ ਹੀ ਨਹੀਂ, ਤਕਲੀਫ ਤਾਂ ਇਸ ਗੱਲ ਦੀ ਹੈ। ਫਿਰ ਚੰਦੋ ਰਾਣੀ ਗਈ, ਜਾ ਕੇ ਉਸਨੇ ਬੇਬੇ ਨਾਨਕੀ ਨੂੰ ਕਿਹਾ, ਫਿਰ ਬੇਬੇ ਨਾਨਕੀ ਗੱਲ ਨੂੰ ਮੰਨ ਗਈ। ਕੋਈ ਆਉਂਦੇ ਗੁਰੂ ਨਾਨਕ ਪਾਤਸ਼ਾਹ ਤਾਂ ਮੈਂ ਉਹਨਾਂ ਨੂੰ ਸਮਝਾਉਂਦੀ ਹਾਂ। ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਬੇਬੇ ਨਾਨਕੀ ਨੇ ਸਮਝਾਇਆ ਵੀ ਤੁਸੀਂ ਆਪਣਾ ਘਰ ਦਾ ਧਿਆਨ ਰੱਖੋ, ਮਾਤਾ ਸੁਲੱਖਣੀ ਦਾ ਧਿਆਨ ਰੱਖੋ, ਫਿਰ ਬਾਬੇ ਨਾਨਕ ਦੇ ਮੂੰਹੋਂ ਵੀ ਇਹੀ ਕਢਵਾ ਰਿਹਾ ਕਵੀ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਨੂੰ ਕਿਹੜੀ ਚੀਜ਼ ਦੀ ਕਮੀ ਆ, ਸਭ ਕੁਝ ਲਿਆ ਕੇ ਦੇਈਦਾ। ਭਾਵ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਪਤਾ ਹੀ ਨਹੀਂ ਕਿ ਵਿਆਹ ਤੋਂ ਬਾਅਦ, ਸ਼ਾਦੀ ਤੋਂ ਬਾਅਦ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਕਿ ਲੜਕੀ ਕਿਸੇ ਦੀ ਵਿਆਹ ਕੇ ਲੈ ਆਈਏ, ਉਸ ਦਾ ਸਾਰੀ ਸੰਭਾਲ ਉਹ ਲੜਕੇ ਦੀ ਹੁੰਦੀ ਹੈ, ਸਾਰਾ ਦੁੱਖ ਸੁੱਖ ਉਸਨੇ ਦੇਖਣਾ ਹੁੰਦਾ, ਸਿਰਫ ਖਾਣ ਪੀਣ ਨੂੰ ਜਾਂ ਕੱਪੜੇ ਪਹਿਨਣ ਨੂੰ ਜਾਂ ਗਹਿਣੇ ਪਹਿਨਣ ਨੂੰ ਦੇਣ ਨਾਲ ਸਭ ਕੁਝ ਨਹੀਂ ਹੋ ਜਾਂਦਾ। ਭਾਵ ਗੁਰੂ ਨਾਨਕ ਪਾਤਸ਼ਾਹ ਨੂੰ ਹੁਣ ਤੱਕ ਕੋਈ ਇਲਮ ਹੀ ਨਹੀਂ ਸੀ। ਅੰਦਾਜ਼ਾ ਲਗਾਓ, ਕੱਲ ਤਾਰਨ ਗੁਰੂ ਨਾਨਕ ਆਇਆ ਕਹਿੰਦੇ ਆ, ਪਰ ਇੱਥੇ ਤਾਂ ਕਵੀ ਉਸ ਨੂੰ ਬਿਲਕੁਲ ਹੀ ਹਰ ਗੱਲ ਤੋਂ ਢਿੱਲੜ, ਅਣਜਾਣ, ਅਵੇਸਲਾ, ਆਪਣੀ ਡਿਊਟੀ ਤੋਂ ਭੱਜਣ ਵਾਲਾ ਦਿਖਾ ਰਿਹਾ ਹੈ ਨਾ। ਕਮਾਲ, ਅੰਦਾਜ਼ਾ ਲਗਾਓ ਇਹੋ ਜਿਹਾ ਹਰ ਸਮਾਜ ਦਾ ਨੌਜਵਾਨ ਬੱਚਾ ਹੋ ਜਾਏ ਤਾਂ ਕਿਹੋ ਜਿਹਾ ਸਮਾਜ ਹੋਏਗਾ। ਵੀ ਵਿਆਹ ਕਰਾ ਲੈ, ਵਿਆਹ ਕਰਾਉਣ ਤੋਂ ਬਾਅਦ ਘਰ ਵਾਲੀ ਨਾਲ ਕੋਈ ਬੋਲ ਚਾਲ ਨਾ ਰੱਖੇ, ਉਸ ਨੂੰ ਇਕੱਲੀ ਨੂੰ ਪਈ ਰਹਿਣ ਦੇਵੇ, ਜਵਾਨ ਲੜਕੀ ਨੂੰ। ਖੈਰ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਦੇ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਫਿਰ ਮਾਤਾ ਸੁਲੱਖਣੀ ਨਾਲ, ਆਪਣੀ ਵਾਈਫ ਦੇ ਨਾਲ ਉਹ ਮੇਲਾ ਗੇਲਾ ਪਿਆਰ ਕਰਨ ਲੱਗੇ, ਇਕੱਠੇ ਰਹਿਣ। ਕਿੰਨੀ ਦੁਖੀ, ਕਿੰਨੀ ਔਖੀ ਮਾਤਾ ਸੁਲੱਖਣੀ, ਕਿੰਨੇ ਦੁਖੀ, ਕਿੰਨੇ ਔਖੇ ਮਾਤਾ ਸੁਲੱਖਣੀ ਦੇ ਮਾਤਾ ਪਿਤਾ, ਭਾਵ ਗੁਰੂ ਨਾਨਕ ਪਾਤਸ਼ਾਹ ਦੇ ਸੱਸ ਸਹੁਰਾ, ਕਿਉਂਕਿ ਉਹਨਾਂ ਦੀ ਧੀ ਜਿਹੜੀ ਹੈ ਉਸ ਨੂੰ ਜੋ ਹੈ ਬਹੁਤ ਦੁੱਖ ਸੀ, ਉਹ ਬੜੀ ਔਖੀ ਸੀ। ਜੇ ਕਿਸੇ ਦੀ ਧੀ ਔਖੀ ਹੋਵੇ ਤੇ ਮਾਤਾ ਪਿਤਾ ਨੂੰ ਨੀਂਦ ਨਹੀਂ ਆਉਂਦੀ। ਫਿਰ ਬੇਬੇ ਨਾਨਕੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਗੱਲ ਸਮਝਾਈ, ਤਦ ਜਾ ਕੇ ਗੁਰੂ ਨਾਨਕ ਪਾਤਸ਼ਾਹ ਘਰ ਆਉਣ ਲੱਗੇ। ਪਰਿਵਾਰਕ ਸਾਂਝ ਮਾਤਾ ਸੁਲੱਖਣੀ ਨਾਲ ਪਾਈ, ਤਦ ਜਾ ਕੇ ਉਹਨਾਂ ਦਾ ਪਰਿਵਾਰਕ ਜੀਵਨ ਸ਼ੁਰੂ ਹੋਇਆ। ਇਹ ਜੋ ਕਵੀ ਸੰਤੋਖ ਸਿੰਘ ਜੋ ਲਿਖਾਰੀ ਹੈ, ਜੋ ਕਰਤਾ ਹੈ ਇਸ ਗ੍ਰੰਥ ਦਾ, ਉਸ ਦਾ ਮੇਨ ਮਕਸਦ ਹੈ ਸਿੱਖੀ ਨੂੰ ਖਤਮ ਕਰਨਾ, ਸਿੱਖਾਂ ਦਾ ਸਮਾਜਿਕ ਪਰਿਵਾਰਕ ਜੀਵਨ ਤਹਿਸ ਨਹਿਸ ਕਰਨਾ, ਸਿੱਖ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਜ਼ਾਦ ਜੀਵਨ ਬਤੀਤ ਨਾ ਕਰ ਸਕਣ, ਜੋ ਕਮਾਉਣ ਉਹ ਲੁਟਾ ਦੇਣ, ਘਰ ਖਾਲੀ ਛੁੰਛਣੇ ਵੱਜਦੇ ਰਹਿਣ, ਧਰਮ ਦੇ ਨਾਂ 'ਤੇ ਦਾਨ ਪੁੰਨ ਕਰਦੇ ਰਹਿਣ। ਇਹ ਇਹਦਾ ਮਕਸਦ ਹੈ।
ਨਰੋਏ ਸਮਾਜ ਦੀ ਸਿਰਜਣਾ ਨਾ ਹੋਵੇ। ਉਸਨੇ ਇੰਜੈਕਸ਼ਨ ਟੀਕਾ ਕਿੱਥੇ ਲਾਇਆ, ਉਹ ਸਭ ਕੁਝ ਸਾਡੇ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਕਰਦੇ ਹੋਏ ਦਿਖਾ ਦਿੱਤਾ। ਜਿਹੜਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਕਹਿੰਦਾ ਹੈ ਕਿ ਗ੍ਰਸਥ ਜੀਵਨ ਸਭ ਤੋਂ ਉੱਤਮ ਹੈ। ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਪਹਾੜਾਂ ਤੋਂ ਥੱਲੇ ਉਤਰਨ ਲਈ ਕਿਹਾ ਸੀ ਵੀ ਤੁਹਾਡੀ ਮਾਂ ਕੁਚੱਜੀ, ਤੁਹਾਡਾ ਗੁਰੂ ਕੁਚੱਜਾ, ਤੁਹਾਨੂੰ ਅਕਲ ਨਹੀਂ, ਤੁਸੀਂ ਐਡੇ ਭੈੜੇ ਹੋ ਕਿ ਜਿਨ੍ਹਾਂ ਨੂੰ ਭੈੜੇ ਕਹਿੰਦੇ ਗ੍ਰਸਥੀਆਂ ਨੂੰ, ਉन्हीं ਕੇ ਘਰ ਮੰਗਣ ਜਾਏ, ਉਹਨਾਂ ਦੇ ਘਰੋਂ ਟੁੱਕੜ ਮੰਗ ਕੇ ਖਾਂਦੇ ਹੋ। ਤੁਹਾਨੂੰ ਕੰਮ ਧੰਦਾ, ਸਮਾਜਿਕ ਜੀਵਨ ਬਤੀਤ ਕਰਨਾ ਚਾਹੀਦਾ, ਕੰਮ ਧੰਦਾ ਕਰਨਾ ਚਾਹੀਦਾ। ਉਸ ਗੁਰੂ ਨਾਨਕ ਨੂੰ ਐਸਾ ਦਿਖਾ ਦਿੱਤਾ ਕਿ ਉਹ ਆਪਣੀ ਘਰ ਵਾਲੀ ਨੂੰ ਵੀ ਖੁਸ਼ ਨਹੀਂ ਸੀ ਰੱਖ ਸਕਦਾ। ਉਸ ਨਾਲ ਜੋ ਵੀ ਰਿਹਾ ਉਹ ਦੁਖੀ ਰਿਹਾ, ਭਾਵੇਂ ਉਸਦਾ ਸੱਸ ਹੋਵੇ, ਸਹੁਰਾ ਹੋਵੇ, ਪਿਤਾ ਹੋਵੇ, ਮਾਤਾ ਹੋਵੇ, ਘਰ ਵਾਲੀ ਹੋਵੇ। ਭਾਵ ਉਹ ਆਪਣੇ ਪਰਿਵਾਰ ਨੂੰ ਵੀ ਚਲਾਉਣ ਦੇ ਸਮਰੱਥ ਨਹੀਂ ਸੀ। ਉਹ ਤਾਂ ਭਲਾ ਹੋਵੇ ਬੇਬੇ ਨਾਨਕੀ ਦਾ, ਉਸਨੇ ਭਰਾ ਨੂੰ ਸਮਝਾਇਆ ਤਾਂ ਉਸਨੇ ਆਪਣੀ ਪਤਨੀ ਨਾਲ ਜੋ ਪਰਿਵਾਰਕ ਸਾਂਝ ਪਾਈ ਤਾਂ ਉਹਨਾਂ ਦੇ ਘਰ 2 ਬੱਚੇ ਪੈਦਾ ਹੋਏ। तो ऐसे कहानियाँ दी, ऐसे इतिहास दी अगर असीं दोहराई करते रहांगे, बार बार सुणाउंदे रहांगे, जे खुदा ना खास्ता गलती नाल साडे परिवार दे बच्चे इस रास्ते चल पए, साडा जवाई कहे साडी धी नाल विआह कर लै ते उहनूं बुलावे नाल ਉਹਦੇ कोई धन पदार्थ लिया के ना देवे, ਉਹਦੇ नाल कोई सांझ ना पावे। ਜਦੋਂ ਉਹਨੂੰ ਪੁੱਛੋ ਵੀ ਕਾਕਾ ਇੱਦਾਂ ਤੂੰ ਕਿਉਂ ਕਰਦਾ, ਉਹ ਕਹਿੰਦਾ ਜੀ ਮੈਂ ਤਾਂ ਆਪਣੇ ਗੁਰੂ ਦੇ ਪਦ ਚਿੰਨ੍ਹਾਂ 'ਤੇ ਚੱਲ ਰਿਹਾ, ਸਾਡੇ ਸਤਿਗੁਰੂ ਨਾਨਕ ਵੀ ਇੱਦਾਂ ਹੀ ਕਰਦੇ ਸਨ। ਜੋ ਆਪਣਾ ਧਨ ਬਾਹਰ ਹੀ ਲੁਟਾ ਕੇ ਆ ਜਾਵੇ, ਕਹੇ ਜੀ ਇੱਦਾਂ ਤੂੰ ਕਿਉਂ ਕਰਦਾ, ਕਹੇ ਜੀ ਮੈਂ ਤਾਂ ਬਾਬੇ ਨਾਨਕ ਦੇ ਪਦ ਚਿੰਨ੍ਹਾਂ 'ਤੇ ਚੱਲ ਰਿਹਾ। ਅੰਦਾਜ਼ਾ ਲਗਾਓ ਸਾਡੇ ਪਰਿਵਾਰ, ਸਾਡਾ ਸਮਾਜ ਕਿਹੋ ਜਿਹਾ ਹੋਵੇਗਾ। ਕਿਉਂ, ਕੀ ਮਜਬੂਰੀ ਹੈ ਸਾਡੀ ਇਸ ਗ੍ਰੰਥ ਨੂੰ ਅਸੀਂ ਆਪਣੇ ਸਿਰ 'ਤੇ ਚੁੱਕਿਆ ਹੋਇਆ। ਇਸ ਗ੍ਰੰਥ ਤੋਂ ਬਗੈਰ ਸਾਨੂੰ ਸਾਹ ਨਹੀਂ ਆਉਂਦਾ। ਖਾਸ ਕਰਕੇ ਮੈਂ ਬੀਬੀਆਂ ਨੂੰ ਤਾਂ ਬੇਨਤੀ ਜ਼ਰੂਰ ਕਰਾਂਗਾ, ਤੁਸੀਂ ਇਸ ਪ੍ਰਸੰਗ ਨੂੰ ਪੂਰਾ ਪੜ੍ਹ ਕੇ ਆਪਣੇ ਪਰਿਵਾਰ ਤੇ ਜੀਵਨ 'ਤੇ ਟੁਕਾ ਕੇ ਦੇਖੋਗੇ। ਜੇ ਤੁਹਾਡੇ ਪਤੀ ਤੁਹਾਡੇ ਨਾਲ ਇਵੇਂ ਕਰਨ, ਗੁਰੂ ਨਾਨਕ ਦੀ ਗੱਲ ਮੰਨ ਕੇ, ਗੁਰੂ ਨਾਨਕ ਦੇ ਵਿਚਾਰਾਂ ਅਨੁਸਾਰ ਚੱਲ ਕੇ, ਫਿਰ ਤੁਹਾਨੂੰ ਕਿਵੇਂ ਲੱਗੇਗਾ। ਤੇ ਅੱਜ ਦੀਆਂ ਵਿਚਾਰਾਂ ਇੱਥੇ ਸੰਕੋਚਦੇ ਹਾਂ। ਸਾਡੇ ਤਾਂ ਹੁਕਮ ਗੁਰੂ ਦਾ ਇਹ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇ ਜਿਹੜੀ ਅਸੀਂ ਗੱਲ ਕਰਕੇ ਇਤਿਹਾਸ ਪੜ੍ਹਨਾ ਸੁਣਨਾ ਚਾਹੁੰਦੇ ਹਾਂ, ਉਹ ਇਹ ਹੈ ਕੋਈ ਚੰਗੀ ਸੇਧ ਮਿਲੇ, ਚੰਗਾ ਕੁਝ ਪ੍ਰਾਪਤ ਹੋਵੇ। ਪਰ ਐਵੇਂ ਨਹੀਂ ਜਿੱਦਾਂ ਦੀਆਂ ਇਹ ਕਹਾਣੀਆਂ, ਇਹਦੇ ਨਾਲ ਨਰੋਏ ਸਮਾਜ ਦੀ ਸਿਰਜਣਾ ਨਹੀਂ ਹੋਣੀ। ਤੇ ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਬਖਸ਼ ਲੈਣਾ। ਵਾਰ ਵਾਰ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਭਾਈ ਜੇ ਇਹ ਵਿਚਾਰ ਖੋਜ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਸਾਂਝਾ ਕਰੋ, ਔਰ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ ਤਾਂ ਕਿ ਵੱਧ ਤੋਂ ਵੱਧ ਪ੍ਰਚਾਰ ਕਰੋ, ਇਹ ਲੋਕਾਂ ਤੱਕ ਗਿਆਨ ਪੁੱਜ ਸਕੇ। ਜਦੋਂ ਤੱਕ ਇਸ ਗ੍ਰੰਥ ਨੂੰ ਗੁਰਦੁਆਰਿਆਂ ਵਿੱਚੋਂ ਕੱਢ ਕੇ ਬਾਹਰ ਨਹੀਂ ਸੁੱਟਦੇ, ਉਦੋਂ ਤੱਕ ਸਿੱਖੀ ਅੱਗੇ ਨਹੀਂ ਵਧਣੀ। ਲੱਖ ਯਤਨ ਕਰ ਲਓ, ਕੁਝ ਵੀ ਕਰ ਲਓ, ਕਿਉਂਕਿ ਸਾਰੀ ਮਰਜ਼ਾਦਾ, ਸਾਰਾ ਕੁਝ ਗੁਰਦੁਆਰਿਆਂ ਵਿੱਚ ਇਸ ਗ੍ਰੰਥ ਅਨੁਸਾਰ ਹੋ ਰਿਹਾ ਹੈ। ਆਓ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।